ਬ੍ਰਿਟਾਨੀਆ ਦੀ ਸਰਕਾਰ ਦਾ ਰਾਜ ਸੀਗਾ। ਰੌਲਟ ਐਕਟ ਬਣਿਆ ਸੀਗਾ। ਰੌਲਟ ਕਮੇਟੀ ਬਣੀ ਸੀ ਜਿਨ੍ਹਾਂ ਨੇ ਡਿਫੈਂਸ ਆਫ ਇੰਡੀਆ ਐਕਟ ਬਣਾਇਆ ਸੀਗਾ। ਉਹਦੇ ਵਿੱਚ ਕਿਸੇ ਨੂੰ ਵੀ ਬੰਦੇ ਨੂੰ ਚੱਕ ਕੇ ਸਾਲ ਦੀ ਅੰਦਰ ਕਸਟਡੀ ਪ੍ਰੀਵੈਂਟਿਵ ਕਸਟਡੀ 'ਚ ਰੱਖ ਸਕਦੇ ਸੀਗੇ। ਉਹਦੇ ਵਿੱਚ ਕੋਈ ਉਹਨੂੰ ਕਾਨੂੰਨ ਤਾਈਂ ਪਹੁੰਚਣ ਦੀ ਥਾਂ ਨਹੀਂ ਸੀਗੀ। ਉਹ ਲਾਇਰ ਨਹੀਂ ਸੀ ਲੈ ਸਕਦੇ ਹੈਗੇ ਤੇ ਉਹ ਜਿਹੜਾ ਭਿਆਨਕ ਕਾਨੂੰਨ ਸੀਗਾ ਉਹਦੇ ਬਰਖਲਾਫ ਜੱਲਿਆਂਵਾਲਾ ਬਾਗ ਦੇ ਵਿੱਚ ਸਿੱਖਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਸੀਗਾ, ਜਿੱਥੇ ਇਸ ਸ਼ਖਸ ਨੇ ਜਿਹੜਾ ਜਨਰਲ ਡਵਾਇਰ ਹੈ ਉਹਨੇ ਆ ਕੇ ਇਹ ਉੱਥੇ ਗੋਲੀ ਚਲਾ ਕੇ ਇੱਕ ਬਹੁਤ ਵੱਡਾ ਘੱਲੂਘਾਰਾ ਜੈਨੋਸਾਈਡ ਕੀਤਾ ਸੀਗਾ ਸਿੱਖਾਂ ਦਾ। ਯੂਨਾਈਟਿਡ ਨੇਸ਼ਨ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ ਆਰਟੀਕਲ 9 ਕਹਿੰਦਾ ਨੋ ਵਨ ਸ਼ੈਲ ਬੀ ਸਬਜੈਕਟਡ ਟੂ ਆਰਬਿਟਰੀ ਅਰੈਸਟ ਡਿਟੈਂਸ਼ਨ ਔਰ ਐਗਜ਼ਾਈਲ। ਹੁਣ ਤੁਸੀਂ ਦੇਖੋ ਜਿਹੜੇ ਅੱਜ ਦੇ ਦਿਨ 'ਚ ਕਲਸੀ ਸਾਹਿਬ ਪੱਪਲਪ੍ਰੀਤ ਤੇ ਹੁਣ ਅੰਮ੍ਰਿਤਪਾਲ ਨਾਲ ਧੱਕਾ ਹੋ ਰਿਹਾ, ਉਹਦੇ ਵਿੱਚ ਤੁਸੀਂ ਦੇਖੋ ਉਹਨਾਂ ਨੂੰ ਸਮੇਂ ਤੱਕ ਕਦੀ ਅਰੈਸਟ ਨਹੀਂ ਕੀਤਾ। ਐਨਐਸਏ ਅਧੀਨ ਉਹਨਾਂ ਨੂੰ ਅਰੈਸਟ ਕਰੀ ਜਾਂਦੇ ਹੈਗੇ ਆ। ਆਰਬਿਟਰੀ ਰੀਜ਼ਨ ਹੈਗਾ, ਕੋਈ ਦੱਸ ਨਹੀਂ ਰਹੇ ਕਿਸ ਵਾਸਤੇ ਅਰੈਸਟ ਕੀਤਾ ਹੈ ਤੇ ਉਹਨਾਂ ਨੂੰ ਪੰਜਾਬ ਚੋਂ ਕੱਢ ਕੇ ਦਿਬਰੂਗੜ੍ਹ ਲੈ ਗਏ, ਐਗਜ਼ਾਈਲ ਕਰਤਾ ਪੰਜਾਬ ਦੇ ਵਿੱਚੋਂ। ਇਹ ਬਿਲਕੁਲ ਅਗੇਂਸਟ ਦ ਸਪਿਰਿਟ ਆਫ ਹਿਊਮਨ ਰਾਈਟਸ ਦੇ ਬਿਲਕੁਲ ਬਰਖਲਾਫ ਇਹ ਕੰਮ ਹੋ ਰਿਹਾ ਹੈਗਾ। ਇਹ ਮੌਜੂਦਾ ਡੀਜੀਪੀ ਹੈਗਾ, ਇਹ ਬਾਰ-ਬਾਰ ਸਾਡੇ ਜਥੇਦਾਰਾਂ ਨੂੰ ਫੋਨ ਕਰਕੇ ਪੁੱਛ ਰਿਹਾ ਕਿ ਤੁਹਾਡੀ ਭੂਆ ਕਿੰਨੀ ਹੈ, ਤੁਹਾਡੇ ਲੜਕੀਆਂ ਕਿੱਥੇ ਵਿਆਹੀਆਂ, ਤੁਹਾਡੇ ਲੜਕੇ ਕਿੱਥੇ ਵਿਆਹੇ ਆ। ਇੱਕ ਤਰ੍ਹਾਂ ਦਾ ਇਹੋ ਜਿਹਾ ਘੇਰਾ ਪਾ ਕੇ ਮਾਹੌਲ ਬਣਾ ਰਹੇ ਆ ਔਰ ਉਹ ਵੀ ਇੰਦਰਾ ਗਾਂਧੀ ਦੇ ਨੈਸ਼ਨਲ ਸਿਕਿਉਰਿਟੀ ਐਕਟ ਅਧੀਨ ਇਹ ਕੰਮ ਕਰਨਾ ਚਾਹੁੰਦੇ ਆ। ਅੱਜ ਪੰਜਾਬ ਦੇ ਉੱਤੇ ਜਿਹੜਾ ਹਾਲਾਤ ਬਣੇ ਹੋਏ ਆ ਉਹਦੇ ਉੱਤੇ ਥੋੜੇ ਜਿਹੇ ਵਿਚਾਰ ਕਰਨੇ ਆ। ਇਹ ਪਹਿਲੀ ਵਾਰੀ ਇਹੋ ਜਿਹੀ ਸਥਿਤੀ ਨਹੀਂ ਹੋਈ। ਬ੍ਰਿਟਾਨੀਆ ਦੀ ਸਰਕਾਰ ਦਾ ਰਾਜ ਸੀਗਾ। ਰੌਲਟ ਐਕਟ ਬਣਿਆ ਸੀਗਾ। ਰੌਲਟ ਕਮੇਟੀ ਬਣੀ ਸੀ ਜਿਨ੍ਹਾਂ ਨੇ ਡਿਫੈਂਸ ਆਫ ਇੰਡੀਆ ਐਕਟ ਬਣਾਇਆ ਸੀਗਾ। ਉਹਦੇ ਵਿੱਚ ਕਿਸੇ ਨੂੰ ਵੀ ਬੰਦੇ ਨੂੰ ਚੱਕ ਕੇ ਸਾਲ ਦੀ ਅੰਦਰ ਕਸਟਡੀ ਪ੍ਰੀਵੈਂਟਿਵ ਕਸਟਡੀ 'ਚ ਰੱਖ ਸਕਦੇ ਸੀਗੇ। ਉਹਦੇ ਵਿੱਚ ਕੋਈ ਉਹਨੂੰ ਕਾਨੂੰਨ ਤਾਈਂ ਪਹੁੰਚਣ ਦੀ ਥਾਂ ਨਹੀਂ ਸੀਗੀ। ਉਹ ਲਾਇਰ ਨਹੀਂ ਸੀ ਲੈ ਸਕਦੇ ਹੈਗੇ ਤੇ ਉਹ ਜਿਹੜਾ ਭਿਆਨਕ ਕਾਨੂੰਨ ਸੀਗਾ ਉਹਦੇ ਬਰਖਲਾਫ ਜੱਲਿਆਂਵਾਲਾ ਬਾਗ ਦੇ ਵਿੱਚ ਸਿੱਖਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਸੀਗਾ, ਜਿੱਥੇ ਇਸ ਸ਼ਖਸ ਨੇ ਜਿਹੜਾ ਜਨਰਲ ਡਵਾਇਰ ਹੈ ਉਹਨੇ ਆ ਕੇ ਇਹ ਉੱਥੇ ਗੋਲੀ ਚਲਾ ਕੇ ਇੱਕ ਬਹੁਤ ਵੱਡਾ ਘੱਲੂਘਾਰਾ ਜੈਨੋਸਾਈਡ ਕੀਤਾ ਸੀਗਾ ਸਿੱਖਾਂ ਦਾ। ਉਹ ਜੈਨੋਸਾਈਡ ਇੰਨਾ ਮਾੜਾ ਸਮਝਿਆ ਗਿਆ ਕਿ ਅੱਜ ਵੀ ਡਾਇਰ ਦਾ ਨਾਂ ਬਹੁਤ ਇਨਫਮੀ 'ਚ ਰਹਿੰਦਾ ਹੈਗਾ। ਜਿੱਥੇ ਡਿਫੈਂਸ ਆਫ ਇੰਡੀਆ ਐਕਟ ਸੀਗਾ ਇਹ ਭਾਰਤ ਦੇ 1945 ਦੇ ਐਕਟ ਤੇ ਗਵਰਨਮੈਂਟ ਆਫ ਇੰਡੀਆ ਐਕਟ 'ਚ ਵੀ ਲਾਗੂ ਹੋ ਗਿਆ। ਅੱਗੇ ਜਾ ਕੇ ਫਿਰ 1971 'ਚ ਇਹਨੂੰ ਤਬਦੀਲ ਕਰਕੇ, ਕਿਉਂਕਿ ਬਦਨਾਮ ਐਕਟ ਸੀਗਾ, ਇਹਨੂੰ ਮੀਸਾ 'ਚ ਬਦਲਤਾ ਸੀਗਾ। ਉਹ ਮੀਸੇ ਨੂੰ ਅੱਗੇ ਜਾ ਕੇ ਇਹਨਾਂ ਨੇ ਨੈਸ਼ਨਲ ਸਿਕਿਉਰਿਟੀ ਐਕਟ 1980 'ਚ ਇੰਦਰਾ ਗਾਂਧੀ ਨੇ ਬਣਾਤਾ ਸੀਗਾ। ਜਿੱਥੇ ਇਹ ਐਕਟ ਦੀ ਗੱਲ ਹੈ ਉੱਥੇ ਯੂਨਾਈਟਿਡ ਨੇਸ਼ਨ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ ਆਰਟੀਕਲ 9 ਕਹਿੰਦਾ ਜ਼ੂਮ ਇਨ ਕਰ ਲਓ ਨੋ ਵਨ ਸ਼ੈਲ ਬੀ ਸਬਜੈਕਟਡ ਟੂ ਆਰਬਿਟਰੀ ਅਰੈਸਟ ਡਿਟੈਂਸ਼ਨ ਔਰ ਐਗਜ਼ਾਈਲ। ਹੁਣ ਤੁਸੀਂ ਦੇਖੋ ਜਿਹੜੇ ਅੱਜ ਦੇ ਦਿਨ 'ਚ ਕਲਸੀ ਸਾਹਿਬ ਪੱਪਲਪ੍ਰੀਤ ਤੇ ਹੁਣ ਅੰਮ੍ਰਿਤਪਾਲ ਨਾਲ ਧੱਕਾ ਹੋ ਰਿਹਾ, ਉਹਦੇ ਵਿੱਚ ਤੁਸੀਂ ਦੇਖੋ ਉਹਨਾਂ ਨੂੰ ਸਮੇਂ ਤੱਕ ਕਦੀ ਅਰੈਸਟ ਨਹੀਂ ਕੀਤਾ। ਐਨਐਸਏ ਅਧੀਨ ਉਹਨਾਂ ਨੂੰ ਅਰੈਸਟ ਕਰੀ ਜਾਂਦੇ ਹੈਗੇ ਆ। ਆਰਬਿਟਰੀ ਰੀਜ਼ਨ ਹੈਗਾ, ਕੋਈ ਦੱਸ ਨਹੀਂ ਰਹੇ ਕਿਸ ਵਾਸਤੇ ਅਰੈਸਟ ਕੀਤਾ ਹੈ ਤੇ ਉਹਨਾਂ ਨੂੰ ਪੰਜਾਬ ਚੋਂ ਕੱਢ ਕੇ ਦਿਬਰੂਗੜ੍ਹ ਲੈ ਗਏ, ਐਗਜ਼ਾਈਲ ਕਰਤਾ ਪੰਜਾਬ ਦੇ ਵਿੱਚੋਂ। ਇਹ ਬਿਲਕੁਲ ਅਗੇਂਸਟ ਦ ਸਪਿਰਿਟ ਆਫ ਹਿਊਮਨ ਰਾਈਟਸ ਦੇ ਬਿਲਕੁਲ ਬਰਖਲਾਫ ਇਹ ਕੰਮ ਹੋ ਰਿਹਾ ਹੈਗਾ। ਔਰ ਜਿੱਥੇ ਇਹਨਾਂ ਦੇ ਆਰਟੀਕਲ 9 ਹਿਊਮਨ ਰਾਈਟਸ ਦਾ ਕਹਿੰਦਾ ਹੈ, ਉੱਥੇ ਆਰਟੀਕਲ 9 ਪਾਰਟ 1 ਇੰਟਰਨੈਸ਼ਨਲ ਕਵਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਉਹ ਵੀ ਕਹਿੰਦਾ ਹੈ ਕਿ ਐਵਰੀ ਪੀਪਲ ਹੈਵ ਅ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਮਤਲਬ ਇਹ ਬੋਲ ਸਕਦੇ ਆ, ਆਪਣਾ ਪ੍ਰਚਾਰ ਕਰ ਸਕਦੇ ਹੈਗੇ ਆ। ਇਹ ਵੀ ਸਾਈਨ ਕੀਤਾ ਹੋਇਆ ਭਾਰਤ ਦੇ ਦੇਸ਼ ਨੇ ਆਪਣੇ ਯੂਨਾਈਟਿਡ ਨੇਸ਼ਨਸ ਦੇ ਵਿੱਚ। ਇਹ ਸਿਗਨੇਚਰ ਕਰਕੇ ਕਹਿੰਦੇ ਆ ਸਾਨੂੰ ਸਿਕਿਉਰਿਟੀ ਕਾਉਂਸਲ ਤੇ ਸੀਟ ਦਿਓ, ਅਸੀਂ ਲਾਇਕ ਆ। ਪਰ ਕੰਮ ਇਹੋ ਜਿਹੇ ਨਲਾਇਕ ਕਰਦੇ ਆ ਕਿ ਆਹ ਦੇਖੋ ਜਿਹੜਾ ਇਹ ਇੱਕ ਐਕਟਿਵਿਸਟ ਸੀਗਾ ਅਰਿੰਦੋ ਲੈਸ਼ਮਬਾਮ, ਇਹਨੇ ਇੱਕ ਆਰਟੀਕਲ ਪਾਤਾ ਆਪਣੇ ਫੇਸਬੁੱਕ ਤੇ ਕਿ ਜਿਹੜਾ ਇਹ ਕੋਵਿਡ ਦੇ ਵਿੱਚ ਆਰਐਸਐਸ ਪ੍ਰਚਾਰ ਕਰਦੀ ਸੀ ਕਿ ਗਊ ਮੂਤਰ ਤੇ ਗਊ ਦੇ ਕੀ ਕਹਿੰਦੇ ਡੰਗ ਨਾਲ ਤੁਸੀਂ ਆਪਦੇ ਆਪ ਨੂੰ ਮਲ ਲਓ, ਉਹ ਗਲਤ ਹੈ। ਇਹਦੇ ਉੱਤੇ ਵੀ ਐਨਐਸਏ ਲਾਤਾ ਸੀਗਾ, ਇਹਦੇ ਵੀ ਰਾਈਟਸ ਇਹਨਾਂ ਨੇ ਖੋਲੇ ਸੀਗੇ। ਇਹ ਬਿਲਕੁਲ ਮੁੱਖ ਧਾਰਾ ਦਾ ਧੱਕਾ ਘੱਟ ਗਿਣਤੀਆਂ ਤੇ ਹੋ ਰਿਹਾ ਹੈਗਾ। ਅੱਜ ਅੰਮ੍ਰਿਤਪਾਲ ਤੇ ਕਲਸੀ ਸਾਹਿਬ ਤੇ ਪੱਪਲਪ੍ਰੀਤ ਤੇ ਕੱਲ ਤੁਹਾਡੇ ਉੱਤੇ ਲਾਗੂ ਹੋਣਗੇ।
ਇਹ ਜਿਹੜਾ ਹੁਣ ਇਹ ਮੌਜੂਦਾ ਡੀਜੀਪੀ ਹੈਗਾ, ਇਹ ਬਾਰ-ਬਾਰ ਸਾਡੇ ਜਥੇਦਾਰਾਂ ਨੂੰ ਫੋਨ ਕਰਕੇ ਪੁੱਛ ਰਿਹਾ ਕਿ ਤੁਹਾਡੀ ਭੂਆ ਕਿੰਨੀ ਹੈ, ਤੁਹਾਡੇ ਲੜਕੀਆਂ ਕਿੱਥੇ ਵਿਆਹੀਆਂ, ਤੁਹਾਡੇ ਲੜਕੇ ਕਿੱਥੇ ਵਿਆਹੇ ਆ। ਇੱਕ ਤਰ੍ਹਾਂ ਦਾ ਇਹੋ ਜਿਹਾ ਘੇਰਾ ਪਾ ਕੇ ਮਾਹੌਲ ਬਣਾ ਰਹੇ ਆ, ਔਰ ਉਹ ਵੀ ਇੰਦਰਾ ਗਾਂਧੀ ਦੇ ਨੈਸ਼ਨਲ ਸਿਕਿਉਰਿਟੀ ਐਕਟ ਅਧੀਨ ਇਹ ਕੰਮ ਕਰਨਾ ਚਾਹੁੰਦੇ ਆ, ਜਿਹਦਾ ਉਹਨਾਂ ਨੇ ਪਹਿਲਾਂ ਹੀ ਵੇਰਵਾ ਕਰਤਾ ਹੈਗਾ। ਹੁਣ ਮੈਂ ਤਾਂ ਸਮਝਦਾ ਕਿ ਇਹਦੇ 'ਚ ਜਿਹੜਾ ਹਾਲਾਤ ਹੈ ਤੇ ਜਿਹੜੇ ਸਾਡੇ ਉਸ ਸਮੇਂ ਦੇ ਹਾਲਾਤ ਸੀ, ਉਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ। ਉਹੀ ਭਾਰਤ ਸਰਕਾਰ ਕਰ ਰਹੀ ਹੈ ਜੋ ਬਰਤਾਨੀਆ ਨੇ ਕੀਤਾ ਸੀਗਾ। ਇਹ ਬਿਲਕੁਲ ਇੱਕ ਭਿਆਨਕ ਸਮਾਂ ਸਾਡੇ ਉੱਤੇ ਆਇਆ ਹੋਇਆ। ਇਹਦਾ ਹੱਲ ਕੀ ਹੈ? ਤੁਸੀਂ ਦੇਖੋ, ਜਿਹੜੀ ਮਨੁੱਖੀ ਅਧਿਕਾਰਾਂ ਦੀ ਪੁੰਜ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉੱਥੇ ਕਸ਼ਮੀਰੀ ਪੰਡਤਾਂ ਦੇ ਹੱਕ 'ਚ ਜਾ ਕੇ ਦਿੱਲੀ ਦਰਬਾਰ ਸਾਹਮਣੇ ਹਾਂ ਦਾ ਨਾਰਾ ਲਾਇਆ ਸੀ ਕਿ ਤੁਸੀਂ ਸਾਡਾ ਧਰਮ ਤਬਦੀਲ ਨਹੀਂ ਕਰ ਸਕਦੇ, ਤੁਸੀਂ ਸੋਚ ਨੂੰ ਦਬਾ ਨਹੀਂ ਸਕਦੇ, ਹਰੇਕ ਧਰਮ ਨੂੰ ਤੁਸੀਂ ਬਸਣ ਦੇਣਾ ਹੈਗਾ, ਜਿਸ ਦਾ ਨਤੀਜਾ ਸੀ ਉਹਨਾਂ ਦਾ ਸੀਸ ਵੱਢਿਆ ਗਿਆ। ਉਹ ਕੁਰਬਾਨੀ ਨੂੰ ਸਵੀਕਾਰ ਕਰਕੇ ਦਸਮ ਪਿਤਾ ਨੇ ਆਪਣਾ ਸਰਬੰਸ ਦਾਨ ਕਰਤਾ ਤੇ ਖਾਲਸਾ ਪੰਥ ਖੜਾ ਕਰਕੇ ਉੱਥੇ ਜਾਤ ਪਾਤ ਤੇ ਬਰਖਲਾਫ ਔਰ ਮੁਗਲ ਹਕੂਮਤ ਦੇ ਬਰਖਲਾਫ ਜੰਗਾਂ ਸ਼ੁਰੂ ਕੀਤੀਆਂ, ਜਿਹਦੇ ਵਿੱਚ ਸਰਬੰਸ ਦਾਨ ਉਹਨਾਂ ਨੇ ਕਰਤਾ। ਉਹ ਖਾਲਸਾ ਪੰਥ ਦੀ ਸਥਾਪਨਾ ਜਿਸ ਦਿਨ ਹੋਈ ਸੀਗੀ ਤੇ ਉਸ ਖਾਲਸੇ ਦੀ ਯਾਦ ਦੇ ਵਿੱਚ ਆਪਾਂ ਨੇ ਇਸ ਦੇਸ਼ ਨੂੰ ਸਮਝਾਉਣਾ ਹੈ ਕਿ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਹੈ, ਪ੍ਰੀਵੈਂਟਿਵ ਕਸਟਡੀ ਹੈ, ਇਹ ਸਾਰੇ ਜਹਾਨ 'ਚ ਕੋਈ ਨਹੀਂ ਇਹਨੂੰ ਮੰਨਦਾ ਹੈਗਾ। ਇਹ ਗਲਤ ਕਾਨੂੰਨ ਹੈ ਤੇ ਤੁਸੀਂ ਸਾਡੇ ਨੌਜਵਾਨਾਂ ਨੂੰ ਜਿਹੜਾ ਚੱਕ ਕੇ ਅੰਦਰ ਕਰ ਰਹੇ ਹੋ, ਇਹ ਬਿਲਕੁਲ ਤੁਸੀਂ ਗਲਤ ਕੰਮ ਕਰ ਰਹੇ ਹੋ। ਜਲਿਆਂਵਾਲਾ ਬਾਗ ਨੂੰ ਫੇਰ ਤੁਸੀਂ ਉਰੇ ਦੁਹਰਾ ਰਹੇ ਹੋ। ਇਹ ਬਿਲਕੁਲ ਪੁੱਠੀ ਰੀਤ ਤੁਸੀਂ ਚਲਾ ਰਹੇ ਹੋ ਤੇ ਇਹਨੂੰ ਬੰਦ ਕਰੋ।